ਸਵਾਗਤ ਕੀਤਾ ਜਾਂਦਾ ਤੁਹਾਡੇ ਆਪਣੇ ਚੈਨਲ ਹਾਈਫਾਈ ਐਗਜ਼ਾਮ ਸਟੱਡੀ ਦੇ ਵਿੱਚ। ਮੈਂ ਹਾਂ ਅੰਦਰ। ਅੱਜ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਇੰਡੀਅਨ ਪੋਲਿਟੀ ਦੇ ਟੈਸਟ ਸੀਰੀਜ਼, ਜੋ ਕਿ ਤੁਹਾਡੇ ਐਗਜ਼ਾਮ ਮਾਸਟਰ ਕੇਡਰ ਅਤੇ ਲੈਕਚਰਰ ਕੇਡਰ ਦੇ ਲਈ ਕਾफ़ੀ ਲਾਹੇਵੰਦ ਹਨ। ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣੀ ਜੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ। ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ। ਪ੍ਰਸ਼ਨ ਨੰਬਰ 1, ਕਿਸ ਐਕਟ ਦੇ ਅਧੀਨ ਈਸਟ ਇੰਡੀਆ ਕੰਪਨੀ ਦੇ ਕੰਮਾਂ ਨੂੰ ਸੀਮਿਤ ਕਰਨ ਦਾ ਯਤਨ ਕੀਤਾ ਗਿਆ। ਆਪਣੇ ਲਵੇ 4 ਐਕਟ ਆ ਜਾਂਦੇ ਨੇ ਜੀ। ਇਹਨਾਂ ਦੇ ਵਿੱਚੋਂ ਆਪਾਂ ਨੇ ਇਹ ਦੱਸਣਾ ਵਾ ਵੀ ਕਿਸ ਐਕਟ ਦੇ ਅਧੀਨ ਈਸਟ ਇੰਡੀਆ ਕੰਪਨੀ ਦੇ ਕੰਮਾਂ ਨੂੰ ਸੀਮਿਤ ਕਰਨ ਦਾ ਯਤਨ ਕੀਤਾ ਗਿਆ। ਤਾਂ ਈਸਟ ਇੰਡੀਆ ਕੰਪਨੀ ਦੇ ਕੰਮਾਂ ਨੂੰ ਸੀਮਿਤ ਕਰਨ ਦਾ ਯਤਨ ਰੈਗੂਲੇਟਿੰਗ ਐਕਟ 1773 ਦੁਆਰਾ ਕੀਤਾ ਗਿਆ। ਠੀਕ ਹੈ ਜੀ। 1773 ਦਾ ਜਿਹੜਾ ਰੈਗੂਲੇਟਿੰਗ ਐਕਟ ਸੀਗਾ, ਉਸ ਦੇ ਦੁਆਰਾ ਈਸਟ ਇੰਡੀਆ ਕੰਪਨੀ ਦੇ ਕੰਮਾਂ ਨੂੰ ਸੀਮਿਤ ਕਰਨ ਦਾ ਯਤਨ ਕੀਤਾ ਗਿਆ। ਪ੍ਰਸ਼ਨ ਨੰਬਰ 2, ਈਸਟ ਇੰਡੀਆ ਕੰਪਨੀ ਦੇ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕੰਮਾਂ ਨੂੰ ਮਾਨਤਾ ਕਿਸ ਐਕਟ ਅਧੀਨ ਮਿਲੀ। ਇਹਨਾਂ ਦੇ ਵਿੱਚੋਂ ਕਿਸ ਐਕਟ ਦੇ ਅਧੀਨ ਈਸਟ ਇੰਡੀਆ ਕੰਪਨੀ ਦੇ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕੰਮਾਂ ਨੂੰ ਮਾਨਤਾ ਮਿਲੀ। ਤਾਂ ਇਹ ਮਿਲੀ ਸੀਗੀ ਜੀ ਆਪਸ਼ਨ ਨੰਬਰ 1, ਰੈਗੂਲੇਟਿੰਗ ਐਕਟ 1773 ਦੇ ਦੁਆਰਾ। 1773 ਦੇ ਦੁਆਰਾ ਈਸਟ ਇੰਡੀਆ ਕੰਪਨੀ ਦੇ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕੰਮਾਂ ਨੂੰ ਮਾਨਤਾ ਦਿੱਤੀ ਗਈ। ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ। 3-4 ਦੇ ਵਿੱਚੋਂ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀਗਾ ਜੀ। ਤਾਂ ਉਹ ਸੀਗਾ ਜੀ ਆਪਸ਼ਨ ਨੰਬਰ 3, ਲਾਰਡ ਵਾਰਨ ਹੇਸਟਿੰਗ, ਜੋ ਕਿ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀ। ਪ੍ਰਸ਼ਨ ਨੰਬਰ 4, ਭਾਰਤ ਵਿੱਚ ਦੋਹਰੇ ਸ਼ਾਸਨ ਦੀ ਸ਼ੁਰੂਆਤ ਕਦੋਂ ਹੋਈ। ਤਾਂ ਭਾਰਤ ਦੇ ਵਿੱਚ ਦੋਹਰੇ ਸ਼ਾਸਨ ਦੀ ਸ਼ੁਰੂਆਤ ਕਿਹੜੇ ਸਾਲ ਦੇ ਵਿੱਚ ਹੋਈ ਸੀਗੀ ਜੀ। ਇਸ ਪ੍ਰਸ਼ਨ ਦਾ ਜਵਾਬ ਕੀ ਹੋਵੇਗਾ। ਤਾਂ ਉਹ ਹੋਵੇਗਾ ਜੀ ਆਪਸ਼ਨ ਨੰਬਰ 1, 1784 ਦੇ ਵਿੱਚ। ਦੋਹਰੇ ਸ਼ਾਸਨ ਦੀ ਜਿਹੜੀ ਸ਼ੁਰੂਆਤ ਸੀਗੀ ਭਾਰਤ ਦੇ ਵਿੱਚ 1784 ਦੇ ਵਿੱਚ ਹੋਈ ਸੀਗੀ। ਪ੍ਰਸ਼ਨ ਨੰਬਰ 5, ਭਾਰਤ ਵਿੱਚ ਦੋਹਰੇ ਸ਼ਾਸਨ ਦੀ ਸ਼ੁਰੂਆਤ ਕਿਸ ਐਕਟ ਦੇ ਨਾਲ ਹੋਈ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਐਕਟ ਸੀਗਾ ਜਿਸ ਦੇ ਨਾਲ ਭਾਰਤ ਦੇ ਵਿੱਚ ਦੋਹਰੇ ਸ਼ਾਸਨ ਦੀ ਸ਼ੁਰੂਆਤ ਹੋਈ। ਤਾਂ ਉਹ ਸ਼ੁਰੂਆਤ ਹੋਈ ਸੀਗੀ ਜੀ ਆਪਸ਼ਨ ਨੰਬਰ 3, ਪਿਟਸ ਇੰਡੀਆ ਐਕਟ। ਪਿਟਸ ਇੰਡੀਆ ਐਕਟ ਦੇ ਨਾਲ ਭਾਰਤ ਦੇ ਅੰਦਰ ਦੋਹਰੇ ਪ੍ਰਸ਼ਾਸਨ ਦੀ ਸ਼ੁਰੂਆਤ ਹੋਈ ਸੀਗੀ। ਪ੍ਰਸ਼ਨ ਨੰਬਰ 6, ਦੋਹਰੇ ਸ਼ਾਸਨ ਦੇ ਵਿੱਚ ਸ਼ਾਮਲ ਸੀ। ਤਾਂ ਦੋਹਰੇ ਸ਼ਾਸਨ ਦੇ ਵਿੱਚ ਕੀ ਸ਼ਾਮਲ ਸੀਗਾ ਜੀ। ਤਾਂ ਦੋਹਰੇ ਸ਼ਾਸਨ ਦੇ ਵਿੱਚ ਸ਼ਾਮਲ ਸੀਗਾ ਜੀ ਬੋਰਡ ਆਫ ਕੰਟਰੋਲ ਅਤੇ ਬੋਰਡ ਆਫ ਡਾਇਰੈਕਟਰ। ਇਸ ਲਈ ਆਪਣਾ ਆਪਸ਼ਨ ਹੋਊਗਾ ਆਪਸ਼ਨ ਨੰਬਰ 3। ਪ੍ਰਸ਼ਨ ਨੰਬਰ 7, ਕੰਪਨੀ ਦੇ ਅਧਿਕਾਰ ਪੱਤਰ ਦੀ ਮਿਆਦ ਕਿੰਨੀ ਸੀ। ਕੰਪਨੀ ਦੇ ਅਧਿਕਾਰ ਪੱਤਰ ਦੀ ਮਿਆਦ ਕਿੰਨੇ ਸਾਲ ਦੀ ਸੀਗੀ ਜੀ। ਤਾਂ ਇਸ ਪ੍ਰਸ਼ਨ ਦਾ ਜਵਾਬ ਕੀ ਹੋਵੇਗਾ ਆਪਣੇ ਲਵੇ। ਤਾਂ ਉਹ ਹੋਵੇਗਾ ਆਪਸ਼ਨ ਨੰਬਰ 4, 20 ਸਾਲ। 20 ਸਾਲ ਦੇ ਲਈ ਜਿਹੜਾ ਅਧਿਕਾਰ ਪੱਤਰ ਦਿੱਤਾ ਜਾਂਦਾ ਸੀਗਾ, ਅਤੇ 20 ਸਾਲ ਤੋਂ ਬਾਅਦ ਜਿਹੜਾ ਨਵਾਂ ਐਕਟ ਆ ਜਾਂਦਾ ਸੀਗਾ। ਪ੍ਰਸ਼ਨ ਨੰਬਰ 8, ਕੰਪਨੀ ਦੇ ਆਗਿਆ ਪੱਤਰ ਦੀ ਮਿਆਦ 20 ਸਾਲ ਕਿਸ ਐਕਟ ਦੇ ਦੁਆਰਾ ਕੀਤੀ ਗਈ। ਤਾਂ ਇਹਨਾਂ ਵਿੱਚੋਂ ਕਿਹੜਾ ਐਕਟ ਸੀਗਾ ਜੀ ਜਿਸ ਦੇ ਨਾਲ ਕੰਪਨੀ ਦੇ ਆਗਿਆ ਪੱਤਰ ਦੀ ਮਿਆਦ 20 ਸਾਲ ਕਰ ਦਿੱਤੀ ਗਈ। ਤਾਂ ਉਹ ਸੀਗਾ ਜੀ ਆਪਸ਼ਨ ਨੰਬਰ 3, ਚਾਰਟਰਡ ਐਕਟ 1813। ਚਾਰਟਰਡ ਐਕਟ 1813 ਦੇ ਨਾਲ ਕੰਪਨੀ ਦੇ ਅਧਿਕਾਰ ਪੱਤਰ ਦੀ ਮਿਆਦ 20 ਸਾਲ ਕਰ ਦਿੱਤੀ ਗਈ। ਪ੍ਰਸ਼ਨ ਨੰਬਰ 9, ਕਿਸ ਐਕਟ ਅਧੀਨ ਕੰਪਨੀ ਦੇ ਮੈਂਬਰਾਂ ਅਤੇ ਕਰਮਚਾਰੀਆਂ ਦੀ ਤਨਖਾਹ ਭਾਰਤੀ ਟੈਕਸ ਦੇ ਵਿੱਚੋਂ ਦਿੱਤੀ ਜਾਣ ਲੱਗੀ। ਤਾਂ ਕਿਹੜਾ ਐਕਟ ਸੀਗਾ ਜੀ ਜਿਸ ਦੇ ਨਾਲ ਕੰਪਨੀ ਦੇ ਮੈਂਬਰਾਂ ਅਤੇ ਕਰਮਚਾਰੀਆਂ ਦੀ ਤਨਖਾਹ ਭਾਰਤੀ ਟੈਕਸ ਦੇ ਵਿੱਚੋਂ ਦਿੱਤੀ ਜਾਣ ਲੱਗੀ। ਤਾਂ ਉਹ ਐਕਟ ਸੀਗਾ ਜੀ ਆਪਸ਼ਨ ਨੰਬਰ 4, ਚਾਰਟਰਡ ਐਕਟ 1793। ਚਾਰਟਰਡ ਐਕਟ 1793 ਦੇ ਨਾਲ ਕੰਪਨੀ ਦੇ ਜਿੰਨੇ ਵੀ ਮੈਂਬਰ ਸੀ ਜਾਂ ਉਸ ਦੇ ਜਿਹੜੇ ਕਰਮਚਾਰੀ ਸੀਗੇ, ਉਹਨਾਂ ਨੂੰ ਜਿਹੜੀ ਤਨਖਾਹ ਗਈ ਉਹ ਭਾਰਤੀ ਜਿਹੜਾ ਟੈਕਸ ਸੀਗਾ ਉਸ ਦੇ ਵਿੱਚੋਂ ਦਿੱਤੀ ਜਾਣ ਲੱਗ ਪਈ ਸੀਗੀ। ਪ੍ਰਸ਼ਨ ਨੰਬਰ 10, ਈਸਾਈ ਪਾਦਰੀਆਂ ਨੂੰ ਧਰਮ ਦਾ ਪ੍ਰਚਾਰ ਕਰਨ ਦੀ ਆਗਿਆ ਕਿਸ ਐਕਟ ਅਧੀਨ ਮਿਲੀ। ਤਾਂ ਇਹਨਾਂ ਵਿੱਚੋਂ ਕਿਹੜਾ ਐਕਟ ਸੀਗਾ ਜੀ ਜਿਸ ਦੇ ਅਧੀਨ ਈਸਾਈ ਪਾਦਰੀਆਂ ਨੂੰ ਭਾਰਤ ਦੇ ਅੰਦਰ ਪ੍ਰਚਾਰ ਕਰਨ ਦੀ ਆਗਿਆ ਮਿਲ ਗਈ ਸੀਗੀ। ਤਾਂ ਉਹ ਐਕਟ ਸੀਗਾ ਜੀ ਆਪਸ਼ਨ ਨੰਬਰ 3, ਚਾਰਟਰਡ ਐਕਟ 1813।
ਇਸ ਦੇ ਨਾਲ ਹੀ ਈਸਾਈ ਪਾਦਰੀਆਂ ਨੂੰ ਭਾਰਤ ਦੇ ਵਿੱਚ ਪ੍ਰਚਾਰ ਕਰਨ ਦੀ ਜਿਹੜੀ ਆਗਿਆ ਮਿਲ ਜਾਂਦੀ ਹੈ। ਪ੍ਰਸ਼ਨ ਨੰਬਰ 11, ਕਿਸ ਐਕਟ ਅਨੁਸਾਰ ਕੰਪਨੀ ਦੇ ਵਪਾਰਕ ਅਧਿਕਾਰ ਨੂੰ ਪੂਰਨ ਤੌਰ 'ਤੇ ਖਤਮ ਕਰ ਦਿੱਤਾ ਗਿਆ? ਇਹਨਾਂ ਦੇ ਵਿੱਚੋਂ ਰਾਈਟ ਆਨਸਰ ਦੱਸਣਾ ਆਪਾਂ ਨੇ ਵੀ ਕਿਸ ਐਕਟ ਦੇ ਅਧੀਨ ਕੰਪਨੀ ਦੇ ਵਪਾਰਕ ਅਧਿਕਾਰ ਨੂੰ ਪੂਰਨ ਤੌਰ 'ਤੇ ਖਤਮ ਕੀਤਾ ਗਿਆ। ਤਾਂ ਇਹ ਕੀਤਾ ਗਿਆ ਜੀ ਆਪਸ਼ਨ ਨੰਬਰ 1, ਚਾਰਟਰਡ ਐਕਟ 1833 ਦੇ ਅਨੁਸਾਰ। ਚਾਰਟਰਡ ਐਕਟ 1833 ਦੇ ਅਨੁਸਾਰ ਈਸਟ ਇੰਡੀਆ ਕੰਪਨੀ ਦੇ ਵਪਾਰਕ ਅਧਿਕਾਰ ਨੂੰ ਪੂਰਨ ਤੌਰ 'ਤੇ ਖਤਮ ਕਰ ਦਿੱਤਾ ਗਿਆ ਸੀ। ਪ੍ਰਸ਼ਨ ਨੰਬਰ 12, ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਕਿਸ ਐਕਟ ਅਧੀਨ ਬਣਾਇਆ ਗਿਆ? ਤੇ ਇਹਨਾਂ ਚਾਰਾਂ ਦੇ ਵਿੱਚ ਆਪਾਂ ਨੇ ਰਾਈਟ ਆਨਸਰ ਦੱਸਣਾ ਵੀ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਕਿਸ ਐਕਟ ਅਧੀਨ ਬਣਾਇਆ ਗਿਆ? ਤਾਂ ਇਹ ਬਣਾਇਆ ਗਿਆ ਜੀ ਆਪਸ਼ਨ ਨੰਬਰ 1, ਚਾਰਟਰਡ ਐਕਟ 1833। 1833 ਦੇ ਅਨੁਸਾਰ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾਇਆ ਗਿਆ। ਪ੍ਰਸ਼ਨ ਨੰਬਰ 13, ਈਸਟ ਇੰਡੀਆ ਕੰਪਨੀ ਦਾ ਸ਼ਾਸਨ ਕਦੋਂ ਤੋਂ ਕਦੋਂ ਤੱਕ ਰਿਹਾ? ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਆ। ਤਾਂ ਇਸ ਪ੍ਰਸ਼ਨ ਦਾ ਜਵਾਬ ਕੀ ਹੋਵੇਗਾ ਜੀ ਵੀ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਕਦੋਂ ਤੋਂ ਕਦੋਂ ਤੱਕ ਰਿਹਾ ਸੀ? ਤਾਂ ਇਹ ਰਿਹਾ ਸੀਗਾ ਜੀ ਆਪਸ਼ਨ ਨੰਬਰ 4, 1773 ਤੋਂ ਲੈ ਕੇ 1857 ਤੱਕ ਈਸਟ ਇੰਡੀਆ ਕੰਪਨੀ ਦਾ ਜਿਹੜਾ ਸ਼ਾਸਨ ਭਾਰਤ ਦੇ ਵਿੱਚ ਰਿਹਾ ਸੀ। ਪ੍ਰਸ਼ਨ ਨੰਬਰ 14, ਭਾਰਤੀ ਗਵਰਨਰ ਜਨਰਲ ਨੂੰ ਵਾਇਸਰਾਏ ਦਾ ਖਿਤਾਬ ਕਿਸ ਐਕਟ ਰਾਹੀਂ ਦਿੱਤਾ ਗਿਆ? ਤਾਂ ਕਿਹੜਾ ਐਕਟ ਸੀਗਾ ਜਿਸ ਐਕਟ ਦੇ ਨਾਲ ਭਾਰਤੀ ਗਵਰਨਰ ਜਨਰਲ ਦੀ ਜਿਹੜਾ ਅਹੁਦਾ ਸੀਗਾ ਉਸ ਨੂੰ ਵਾਇਸਰਾਏ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ? ਤਾਂ ਉਹ ਸੀਗਾ ਜੀ ਇਹ ਐਕਟ ਆਪਸ਼ਨ ਨੰਬਰ 2, ਭਾਰਤ ਸ਼ਾਸਨ ਐਕਟ 1858। 1858 ਬਹੁਤ ਹੀ ਮਹੱਤਵਪੂਰਨ ਸਾਲ ਆ ਜੀ। ਇੱਥੇ ਆ ਕੇ ਈਸਟ ਇੰਡੀਆ ਕੰਪਨੀ ਖਤਮ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ ਕਰਾਊਨ ਰੂਲ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਵਾ। ਪ੍ਰਸ਼ਨ ਨੰਬਰ 15, ਭਾਰਤ ਉੱਤੇ ਬ੍ਰਿਟਿਸ਼ ਕਰਾਊਨ ਦਾ ਸਿੱਧਾ ਸ਼ਾਸਨ ਕਦੋਂ ਤੋਂ ਕਦੋਂ ਤੱਕ ਰਿਹਾ? ਤਾਂ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚ ਆਪਾਂ ਨੇ ਰਾਈਟ ਆਨਸਰ ਦੱਸਣਾ ਵੀ ਭਾਰਤ ਦੇ ਉੱਤੇ ਬ੍ਰਿਟਿਸ਼ ਕਰਾਊਨ ਦਾ ਸਿੱਧਾ ਸ਼ਾਸਨ ਕਦੋਂ ਤੋਂ ਕਦੋਂ ਤੱਕ ਰਿਹਾ? ਤਾਂ ਇਹ ਰਿਹਾ ਸੀਗਾ ਜੀ 1858 ਤੋਂ ਲੈ ਕੇ 1947 ਤੱਕ। ਪ੍ਰਸ਼ਨ ਨੰਬਰ 16, ਸ਼ਾਹੀ ਉਪਾਧੀ ਐਕਟ ਕਦੋਂ ਆਇਆ? ਜਿਹੜਾ ਸ਼ਾਹੀ ਉਪਾਧੀ ਐਕਟ ਸੀਗਾ ਇਹ ਕਦੋਂ ਆਇਆ ਸੀਗਾ ਜੀ? ਤਾਂ ਇਹ ਆਇਆ ਸੀ ਆਪਸ਼ਨ ਨੰਬਰ 4, 1876 ਦੇ ਵਿੱਚ। ਸ਼ਾਹੀ ਉਪਾਧੀ ਐਕਟ 1876 ਦੇ ਵਿੱਚ ਆਇਆ ਸੀਗਾ ਜੀ। ਪ੍ਰਸ਼ਨ ਨੰਬਰ 17, ਮਾਰਲੇ ਮਿੰਟੋ ਸੁਧਾਰ ਕਿਸ ਐਕਟ ਨੂੰ ਕਿਹਾ ਜਾਂਦਾ ਹੈ? ਮਾਰਲੇ ਮਿੰਟੋ ਸੁਧਾਰ ਐਕਟ ਕਿਸ ਨੂੰ ਕਿਹਾ ਜਾਂਦਾ ਹੈ ਜੀ? ਤਾਂ ਉਹ ਕਿਹਾ ਜਾਂਦਾ ਵਾ ਜੀ ਆਪਸ਼ਨ ਨੰਬਰ 2, ਭਾਰਤ ਪਰਿਸ਼ਦ ਐਕਟ 1909 ਨੂੰ। ਭਾਰਤ ਪਰਿਸ਼ਦ ਐਕਟ 1909 ਨੂੰ ਮਾਰਲੇ ਮਿੰਟੋ ਸੁਧਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪ੍ਰਸ਼ਨ ਨੰਬਰ 18, 1919 ਦੇ ਸਮੇਂ ਮਾਰਲੇ ਕਿਸ ਅਹੁਦੇ 'ਤੇ ਸੀ? ਮਾਰਲੇ ਅਤੇ ਮਿੰਟੋ ਦੋ ਅਲੱਗ-ਅਲੱਗ ਵਿਅਕਤੀ ਸੀ। ਤਾਂ 1909 ਦੇ ਵਿੱਚ ਮਾਰਲੇ ਕਿਸ ਅਹੁਦੇ 'ਤੇ ਸੀਗਾ ਜੀ? ਤਾਂ ਮਾਰਲੇ ਸੀਗਾ ਜੀ ਆਪਸ਼ਨ ਨੰਬਰ 1, ਭਾਰਤ ਦੇ ਜਨਰਲ ਸੈਕਟਰੀ ਦੇ ਅਹੁਦੇ 'ਤੇ। ਠੀਕ ਹੈ ਜੀ, ਮਾਰਲੇ ਸੀਗਾ ਜੋ ਕਿ ਭਾਰਤ ਦਾ ਜਨਰਲ ਸੈਕਟਰੀ ਸੀਗਾ 1909 ਦੇ ਵਿੱਚ ਜਦੋਂ ਮਾਰਲੇ ਮਿੰਟੋ ਸੁਧਾਰ ਐਕਟ ਆਇਆ ਸੀਗਾ। ਪ੍ਰਸ਼ਨ ਨੰਬਰ 19, 1919 ਦੇ ਸਮੇਂ ਲਾਰਡ ਮਿੰਟੋ ਕਿਸ ਅਹੁਦੇ 'ਤੇ ਸੀ? ਤਾਂ ਮਾਰਲੇ ਤਾਂ ਸੀਗਾ ਜੀ ਭਾਰਤ ਦੇ ਜਨਰਲ ਸੈਕਟਰੀ ਦੇ ਅਹੁਦੇ 'ਤੇ, ਤਾਂ ਮਿੰਟੋ ਸੀਗਾ ਜੀ ਭਾਰਤ ਦਾ ਵਾਇਸਰਾਏ। ਆਪਸ਼ਨ ਨੰਬਰ 3 ਆ ਜਿਹੜਾ ਆਪਣੇ ਲਵੇ ਉਹ ਰਾਈਟ ਆਊਗਾ। ਪ੍ਰਸ਼ਨ ਨੰਬਰ 20, ਸੰਪਰਦਾਇਕ ਚੋਣ ਦੇ ਜਨਕ ਕਿਸ ਨੂੰ ਮੰਨਿਆ ਜਾਂਦਾ ਹੈ? 4 ਆਪਸ਼ਨ ਨੇ ਜੀ, ਇਹਨਾਂ ਦੇ ਵਿੱਚੋਂ ਆਪਾਂ ਨੇ ਰਾਈਟ ਆਨਸਰ ਦੱਸਣਾ ਵੀ ਸੰਪਰਦਾਇਕ ਚੋਣ ਦੇ ਜਨਕ ਕਿਸ ਨੂੰ ਮੰਨਿਆ ਜਾਂਦਾ ਹੈ। ਇਸ ਪ੍ਰਸ਼ਨ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੇਣਾ ਹੈ ਜੀ। ਤਾਂ ਇਹ ਸਨ ਜੀ ਅੱਜ ਦੇ ਆਪਣੇ ਐਕਟਾਂ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ। ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਦੀਆਂ ਹੀ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਹਾਈਫਾਈ ਐਗਜ਼ਾਮ ਸਟੱਡੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।